ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪਰਮੇਸ਼ਰ ਨੇ ਫਿਰ ਤੋਂ ਸਾਨੂੰ ਇਕੱਠੇ ਕੀਤਾ ਤੇ ਅੱਜ ਜੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਦੇਖਾਂਗੇ ਤੇ ਇੱਕ ਵਿਸ਼ਵਾਸੀ ਤੇ ਪਰਮੇਸ਼ਰ ਦੇ ਵਿੱਚ ਜੋ ਰਿਸ਼ਤਾ ਆ ਉਸ ਰਿਸ਼ਤੇ ਨੂੰ ਦੇਖਾਂਗੇ। ਹਾਲੇਲੂਇਆ। ਤੇ ਯਹੋਵਾ ਪਰਮੇਸ਼ਰ ਪੁਰਾਣੇ ਨਵੇਂ ਨੇਮ ਦੇ ਵਿੱਚ ਤੇ ਨਿਊ ਟੈਸਟਮੈਂਟ ਦੇ ਵਿੱਚ ਓਲਡ ਟੈਸਟਮੈਂਟ ਦੇ ਵਿੱਚ ਤੇ ਨਿਊ ਟੈਸਟਮੈਂਟ ਦੇ ਵਿੱਚ ਦੇਖਾਂਗੇ ਅਸੀਂ ਕਿ ਪਰਮੇਸ਼ਰ ਨੇ ਜਿਹੜਾ ਸਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਹੈ, ਇੱਕ ਵਿਸ਼ਵਾਸੀ ਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਹੈ ਤੇ ਪਰਮੇਸ਼ਰ ਉਸ ਰਿਸ਼ਤੇ ਨੂੰ ਕਿਸ ਤਰ੍ਹਾਂ ਦਰਸਾਉਂਦਾ ਆ, ਉਸ ਨੂੰ ਕਿਸ ਤਰ੍ਹਾਂ ਬਿਆਨ ਕਰਦਾ ਆ। ਹਾਲੇਲੂਇਆ। ਤੇ ਉਸ ਦੀ ਅੱਜ ਬਾਈਬਲ ਦੇ ਵਿੱਚ ਜੋ ਲਿਖਿਆ ਆ ਤੇ ਉਸ ਨੂੰ ਦੇਖਾਂਗੇ ਤੇ ਉਸ ਦੀ ਡੂੰਘਾਈ ਤੱਕ, ਬਚਨ ਦੀ ਗਹਿਰਾਈ ਤੱਕ ਅਸੀਂ ਜਾਵਾਂਗੇ। ਕੁਝ ਲਗਾਤਾਰ ਹਫ਼ਤਿਆਂ ਦੇ ਵਿੱਚ ਕੁਝ ਲਗਾਤਾਰ ਟੌਪਿਕ ਦੇ ਵਿੱਚ ਚੱਲਾਂਗੇ। ਤੇ ਆਓ ਅਸੀਂ ਜਦੋਂ ਜਿਹੜਾ ਇੱਕ ਵਿਸ਼ਵਾਸੀ ਹੈ, ਇੱਕ ਇਨਸਾਨ ਹੈ, ਪਰਮੇਸ਼ਰ ਆਪਣੇ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਪਰਮੇਸ਼ਰ ਪਿਆਰ ਕਰਦਾ ਤੇ ਜਿਹੜੇ ਪਰਮੇਸ਼ਰ ਦੇ ਲੋਕ ਹੈ, ਪਰਮੇਸ਼ਰ ਦੇ ਚੁਣੇ ਹੋਏ ਲੋਕ ਹੈ, ਉਹ ਰਿਸ਼ਤੇ ਨੂੰ ਪਰਮੇਸ਼ਰ ਕਿਸ ਤਰ੍ਹਾਂ ਬਿਆਨ ਕਰਦਾ ਹੈ ਬਾਈਬਲ ਦੇ ਵਿੱਚ। ਹਾਲੇਲੂਇਆ। ਤੇ ਉਸ ਰਿਸ਼ਤੇ ਨੂੰ ਦੇਖਾਂਗੇ ਪਰਮੇਸ਼ਰ ਕੀ ਕਹਿ ਕੇ ਸੰਬੋਧਨ ਕਰਦਾ ਆ ਇੱਕ ਬਲੀਵਰ ਨੂੰ, ਇੱਕ ਵਿਸ਼ਵਾਸੀ ਨੂੰ ਜਿਹੜਾ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਦਾ ਆ, ਈਮਾਨ ਰੱਖਦਾ ਆ। ਹਾਲੇਲੂਇਆ। ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਵੀ ਅੱਜ ਦੇਖਾਂਗੇ ਤੇ ਨਵੇਂ ਨੇਮ ਦੇ ਵਿੱਚ ਵੀ ਦੇਖਾਂਗੇ ਪਰਮੇਸ਼ਰ ਨੇ ਕੀ ਕੀ ਕਹਿ ਕੇ ਆਪਣੇ ਲੋਕਾਂ ਨੂੰ ਬੁਲਾਇਆ, ਆਪਣੇ ਚੁਣੇ ਹੋਇਆਂ ਨੂੰ ਕੀ ਕੀ ਕਹਿ ਕੇ ਬੁਲਾਇਆ ਤੇ ਪਰਮੇਸ਼ਰ ਨੇ ਬਹੁਤ ਸਾਰੇ ਨਾਮ ਦਿੱਤੇ ਆ। ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਦੇਖਾਂਗੇ ਤੇ ਪਰਮੇਸ਼ਰ ਆਪਣੇ ਆਪ ਨੂੰ ਕੀ ਕਹਿੰਦਾ ਆ ਤੇ ਵਿਸ਼ਵਾਸੀਆਂ ਨੂੰ ਕੀ ਕਹਿੰਦਾ ਆ, ਉਹਦੇ ਪਿੱਛੇ ਚੱਲਣ ਵਾਲਿਆਂ ਨੂੰ ਕੀ ਕਹਿੰਦਾ ਆ। ਹਾਲੇਲੂਇਆ। ਜਿਹੜੇ ਪਰਮੇਸ਼ਰ ਦੇ ਪਿੱਛੇ ਚੱਲਦੇ ਆ, ਪਰਮੇਸ਼ਰ ਕੀ ਨਾਮ ਲੈ ਕੇ ਉਹਨਾਂ ਨੂੰ ਬੁਲਾਉਂਦਾ ਆ, ਪਰਮੇਸ਼ਰ ਮੈਨੂੰ ਤੇ ਤੁਹਾਨੂੰ ਕੀ ਨਾਮ ਲੈ ਕੇ ਬੁਲਾਉਂਦਾ ਆ। ਹਾਲੇਲੂਇਆ। ਜਦੋਂ ਅਸੀਂ ਹਜ਼ਾਕੀਏਲ ਦੀ ਕਿਤਾਬ ਉਸ ਦਾ 34ਵਾਂ ਅਧਿਆਇ 34 ਤੇ ਵਰਸ 11 ਜਦੋਂ ਪੜ੍ਹਦੇ ਆ ਤਾਂ ਉੱਥੇ ਕੀ ਲਿਖਿਆ ਵਾ, ਮੈਂ ਤੁਹਾਡੇ ਲਈ ਪੜਾਂਗਾ। क्योंकि परमेश्वर यहोवा ज्यों कहता है, परमेश्वर यहोवा की कहता है, देखो मैं आप ही अपनी भेड़ बकरियों की सुधि लूंगा और उन्हें ढूंढूंगा। परमेश्वर की कहता है, यहोवा परमेश्वर की कहता है, कहता मैं आप ही अपनी भेड़ बकरियों की सुधि लूंगा। परमेश्वर की कहता मैं अपनी भेड़ ते बकरियां कह के संबोधन करता है। इसका मतलब ये नहीं कि परमेश्वर ਜਿਹੜਾ ਆ ਉਹ ਭੇਡ ਤੇ ਬੱਕਰੀਆਂ ਨੂੰ ਪਾਲਣ ਵਾਲਾ ਆ, ਉਹ ਦੁਨਿਆਵੀ ਭੇਡ ਬੱਕਰੀਆਂ ਦੀ ਗੱਲ ਨਹੀਂ ਕਰ ਰਿਹਾ, ਬਲਕਿ ਉਸ ਦੀਆਂ ਭੇਡ ਜਿਹੜੀਆਂ ਆ ਉਹ ਤੁਸੀਂ ਹੋ। ਜਦੋਂ ਅਸੀਂ ਨਿਊ ਟੈਸਟਮੈਂਟ ਪੜ੍ਹਦੇ ਹਾਂ, ਯੋਹੰਨਾ ਦੀ ਅੰਜੀਲ ਦੇ ਵਿੱਚ ਲਿਖਿਆ ਹੋਇਆ 10ਵੇਂ ਅਧਿਆਇ ਦੇ ਵਿੱਚ ਉਹਦੀ ਸ਼ਾਇਦ 11 ਆਇਤ ਦੇ ਵਿੱਚ, ਯੋਹੰਨਾ 10:11 ਦੇ ਵਿੱਚ ਪਰਮੇਸ਼ਰ ਕਹਿੰਦਾ, ਯਿਸੂ ਮਸੀਹ ਕੀ ਕਹਿੰਦਾ, ਅੱਛਾ ਚਰਵਾਹਾ ਮੈਂ ਹਾਂ, ਮੈਂ ਆਪਣੀਆਂ ਭੇਡਾਂ ਲਈ ਕੀ ਕਰਦਾ, ਜਾਨ ਦਿੰਦਾ ਆ। ਤੇ ਯਿਸੂ ਮਸੀਹ ਨੇ ਵੀ, ਜਿਹੜੇ ਯਿਸੂ ਮਸੀਹ ਦੇ ਪਿੱਛੇ ਲੋਕ ਚੱਲਦੇ ਆ, ਯਿਸੂ ਮਸੀਹ ਨੂੰ ਮੰਨਦੇ ਆ, ਯਿਸੂ ਮਸੀਹ ਉਹਨਾਂ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਆ, ਭੇਡਾਂ। ਹਾਲੇਲੂਇਆ। ਯਹੋਵਾ ਪਰਮੇਸ਼ਰ ਕੀ ਕਹਿੰਦਾ ਆ, ਕਹਿੰਦਾ ਮੈਂ ਆਪਣੀ ਭੇਡ ਬੱਕਰੀਆਂ ਕੀ ਆਪ ਹੀ ਸੁਧੀ ਲੂੰਗਾ। ਸੁਧੀ ਦਾ ਮਤਲਬ ਹੁੰਦਾ ਖਬਰ, ਉਹਨਾਂ ਦਾ ਹਾਲ ਚਾਲ ਪੁੱਛਣਾ। ਹਾਲੇਲੂਇਆ। ਤੇ ਜਿਹੜਾ ਪਰਮੇਸ਼ਰ ਹੈ ਉਹ ਭੇਡ ਬੱਕਰੀਆਂ ਨਾਲੋਂ ਵੱਧ ਕੇ ਸਾਡੀ ਚਿੰਤਾ ਕਰਦਾ, ਸਾਡਾ ਧਿਆਨ ਰੱਖਦਾ ਆ। ਮਤਲਬ ਉਸਨੇ ਤੁਲਨਾ ਕੀਤੀ, ਐਗਜ਼ੈਂਪਲ ਦਿੱਤੀ ਆ ਕਿ ਮੈਂ ਆਪਣੀਆਂ ਭੇਡ ਕਿਹਨਾਂ ਨੂੰ ਕਹਿੰਦਾ ਆ, ਮੈਨੂੰ ਕਹਿੰਦਾ, ਤੁਹਾਨੂੰ ਕਹਿੰਦਾ, ਜਿਹਨੇ ਪਰਮੇਸ਼ਰ ਨੂੰ ਮੰਨਣ ਵਾਲੇ ਆ, ਯਿਸੂ ਮਸੀਹ ਨੂੰ ਮੰਨਣ ਵਾਲੇ ਆ, ਉਸਦੀ ਵਰਸ਼ਿਪ ਕਰਨ ਵਾਲੇ ਆ, ਉਸਦੇ ਪਿੱਛੇ ਚੱਲਣ ਵਾਲੇ ਆ, ਉਹਨਾਂ ਨੂੰ ਕੀ ਕਹਿ ਕੇ ਕਹਿੰਦਾ, ਸੰਬੋਧਨ ਕਰਦਾ ਕਿ ਭੇਡ ਤੇ ਬੱਕਰੀਆਂ। ਜਦੋਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਦੇਖਦੇ ਹਾਂ ਸਿਰਫ ਉੱਥੇ ਭੇਡਾਂ ਤੇ ਬੱਕਰੀਆਂ ਦਾ ਜ਼ਿਕਰ ਹੁੰਦਾ, ਦੋ ਚੀਜ਼ਾਂ ਦਾ, ਭੇਡ ਤੇ ਦੂਸਰੇ ਨੰਬਰ ਤੇ ਬੱਕਰੀਆਂ। ਪਰ ਨਵੇਂ ਨਿਯਮ ਦੇ ਵਿੱਚ ਸਿਰਫ ਕੱਲੀਆਂ ਭੇਡਾਂ ਰਹਿ ਜਾਂਦੀਆਂ, ਬੱਕਰੀਆਂ ਖਤਮ ਹੋ ਜਾਂਦੀਆਂ ਆ। ਹਾਲੇਲੂਇਆ। ਇਸ ਦੇ ਵਿੱਚ ਵੀ ਅਸੀਂ ਕਾਰਨ ਨੂੰ ਦੇਖਾਂਗੇ। ਇਹ ਜਿਹੜਾ ਟੌਪਿਕ ਆ ਲਗਾਤਾਰ ਚੱਲੇਗਾ, ਪਾਰਟ 1 2 3 4 ਇੱਦਾਂ ਚੱਲੇਗਾ ਲਗਾਤਾਰ। ਤੇ ਜਦੋਂ ਤੁਸੀਂ ਇਸ ਦੀ ਗਹਿਰਾਈ ਨੂੰ ਸਮਝੋਗੇ ਕਿ ਇੱਕ ਵਿਸ਼ਵਾਸੀ ਦਾ ਜਿਹੜਾ ਰਿਸ਼ਤਾ ਆ ਕਿ ਅਸੀਂ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਗੂੜਾ ਕਰ ਸਕਦੇ ਹਾਂ ਤੇ ਅਸੀਂ ਪਰਮੇਸ਼ਰ ਦੇ ਕੋਲੋਂ ਕਿਸ ਤਰ੍ਹਾਂ ਆਸ਼ੀਸ਼ ਲੈ ਸਕਦੇ ਹਾਂ। ਅੱਜ ਦਾ ਜਿਹੜਾ ਮੇਰਾ ਵਿਸ਼ਾ ਆ ਇਹ ਹੈਗਾ ਚਰਵਾਹਾ ਤੇ ਭੇਡਾਂ। ਚਰਵਾਹਾ ਤਾਂ ਭੇਡਾਂ, ਕਿਉਂਕਿ ਪਰਮੇਸ਼ਰ ਆਪਣੇ ਆਪ ਨੂੰ ਚਰਵਾਹਾ ਕਹਿ ਕੇ ਸੰਬੋਧਨ ਕਰਦਾ ਆ। ਜਦੋਂ ਤੁਸੀਂ ਇਹਨਾਂ ਟੌਪਿਕਾਂ ਨੂੰ ਸੁਣੋਗੇ ਲਗਾਤਾਰ ਤਾਂ ਕੀ ਹੋਏਗਾ, ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਆਪਣੀ ਆਤਮਿਕ ਜੀਵਨ ਦੇ ਵਿੱਚ ਕਿਸ ਤਰ੍ਹਾਂ ਵਧਣਾ ਆ। ਤੁਹਾਡਾ ਤੇ ਤੁਹਾਡੇ ਚਰਵਾਹੇ ਦੇ ਵਿੱਚ, ਪਰਮੇਸ਼ਰ ਦੇ ਵਿੱਚ
ਤੇ ਪਰਮੇਸ਼ਰ ਤੋਂ ਬਾਅਦ ਜਿਹੜੇ ਚਰਵਾਹੇ ਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਰਿਸ਼ਤਾ ਹੋਣਾ ਚਾਹੀਦਾ ਆ, ਤੁਹਾਨੂੰ ਪਤਾ ਲੱਗੇਗਾ। ਆਮੀਨ। ਜਦੋਂ ਪਰਮੇਸ਼ਰ ਆਪਣੇ ਆਪ ਨੂੰ ਚਰਵਾਹਾ ਕਹਿ ਕੇ ਸੰਬੋਧਨ ਕਰਦਾ ਆ, ਕਹਿੰਦਾ ਮੈਂ ਆਪ ਹੀ ਆਪਣੀ ਭੇਡ ਬੱਕਰੀਆਂ ਕੀ, ਇਹਦਾ ਮਤਲਬ ਕੀ ਆ? ਜੇ ਪਰਮੇਸ਼ਰ ਦੀਆਂ ਅਸੀਂ ਬੱਕਰੀਆਂ ਭੇਡਾਂ ਆ ਤਾਂ ਉਹ ਕੀ ਹੈ ਸਾਡਾ ਫਿਰ? ਚਰਵਾਹਾ। ਪਰਮੇਸ਼ਰ ਕਹਿੰਦਾ ਮੈਂ ਮੇਰੀਆਂ ਭੇਡਾਂ ਆ, ਤੇ ਫਿਰ ਪਰਮੇਸ਼ਰ ਕੀ ਹੋਇਆ? ਚਰਵਾਹਾ ਹੋਇਆ। ਆਮੀਨ। ਯਿਸੂ ਮਸੀਹ ਨੇ ਵੀ ਕੀ ਕਿਹਾ ਯੋਹੰਨਾ 10:11 ਦੇ ਵਿੱਚ? ਕਹਿੰਦਾ ਮੈਂ ਅੱਛਾ ਚਰਵਾਹਾ ਹਾਂ। ਤੇ ਯਹੋਵਾ ਪਰਮੇਸ਼ਰ ਵੀ ਅੱਛਾ ਚਰਵਾਹਾ ਕਹਿ ਕੇ ਸੰਬੋਧਨ ਕਰਦਾ, ਤੇ ਉਧਰ ਯਿਸੂ ਮਸੀਹ ਵੀ ਚਰਵਾਹਾ ਕਹਿ ਕੇ ਸੰਬੋਧਨ ਕਰਦਾ, ਤੇ ਸਾਨੂੰ ਉਹ ਆਪਣੀਆਂ ਭੇਡਾਂ ਬਣਾਉਂਦਾ ਆ। ਹਾਲੇਲੂਇਆ। ਅਗਰ ਅਸੀਂ ਯਿਸੂ ਮਸੀਹ ਦੀਆਂ ਭੇਡਾਂ ਆ ਤੇ ਸਾਡੇ ਵਿੱਚ ਕੀ ਕੁਆਲਿਟੀ ਹੋਏਗੀ ਉਹਨਾਂ ਨੂੰ ਵੀ ਦੇਖਾਂਗੇ। ਅੱਛੇ ਚਰਵਾਹੇ ਦੇ ਵਿੱਚ ਕੀ ਕੁਆਲਿਟੀ ਹੁੰਦੀ ਆ, ਅੱਜ ਉਹਨਾਂ ਗੱਲਾਂ ਨੂੰ ਵੀ ਦੇਖਾਂਗੇ। ਹਾਲੇਲੂਇਆ। ਪਰਮੇਸ਼ਰ ਜਦੋਂ ਅਸੀਂ ਇਸ ਦੀ 12 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਲਿਖा जैसे चरवाहा अपनी भेड़ बकरियों में से भटकी हुइयों को फिर से अपने अपने झुंड में बटोरता है, वैसे ही मैं भी अपनी भेड़ बकरियों को बटोरूंगा। मैं उन्हें उन सब स्थानों से निकाल ले आऊंगा जहां जहां बे बादल और घोर अंधकार के दिन तितर बितर हो गई थी। ਪਰਮੇਸ਼ਰ ਕੀ ਕਹਿੰਦਾ ਆ ਉਹਨਾਂ ਵਿਸ਼ਵਾਸੀਆਂ ਨੂੰ ਜਿਹੜੇ ਪਰਮੇਸ਼ਰ ਦੇ ਪਿੱਛੇ ਚੱਲਦੇ ਆ? ਪਰਮੇਸ਼ਰ ਕੀ ਕਹਿੰਦਾ ਆ ਕਿ ਮੈਂ ਆਪਣੀਆਂ ਭੇਡਾਂ ਨੂੰ ਜਿਹੜੀਆਂ ਘੋਰ ਅੰਧਕਾਰ ਦੇ ਸਮੇਂ, ਘੋਰ ਅੰਧਕਾਰ ਦਾ ਮਤਲਬ ਕੀ? ਕਿ ਉਹਨਾਂ ਭੇਡਾਂ ਉੱਤੇ ਕੀ ਆਇਆ? ਦੁੱਖ ਆਈ। ਉਹਨਾਂ ਭੇਡਾਂ ਉੱਤੇ ਕੀ ਆਇਆ? ਮੁਸੀਬਤ ਆਈ। ਉਹਨਾਂ ਉਹ ਭੇਡਾਂ ਸ਼ੈਤਾਨ ਦੇ ਚੱਕਰ ਦੇ ਵਿੱਚ ਫਸ ਗਈਆਂ, ਮਤਲਬ ਦੁੱਖ ਦੇ ਵਿੱਚ ਫਸ ਗਈਆਂ, ਤਕਲੀਫ ਦੇ ਵਿੱਚ ਫਸ ਗਈਆਂ, ਝਾੜੀਆਂ ਦੇ ਵਿੱਚ ਫਸ ਗਈਆਂ। ਪਰਮੇਸ਼ਰ ਕੀ ਕਹਿੰਦਾ? ਮੈਂ ਉਹਨਾਂ ਭੇਡਾਂ ਨੂੰ ਕੀ ਕਰੂੰਗਾ? ਬਟੋਰੂੰਗਾ, ਇਕੱਠੀਆਂ ਕਰੂੰਗਾ। ਹਾਲੇਲੂਇਆ। ਉਹਨਾਂ ਵਿਸ਼ਵਾਸੀਆਂ ਨੂੰ ਕੀ ਕਰੂੰਗਾ? ਇਕੱਠਾ ਕਰੂੰਗਾ। ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਪੜ੍ਹਦੇ ਹਾਂ, ਪਰਮੇਸ਼ਰ ਕਹਿੰਦਾ ਅੰਤ ਦੇ ਦਿਨਾਂ ਦੇ ਵਿੱਚ ਮੈਂ ਕੀ ਕਰਾਂਗਾ? ਆਪਣੀਆਂ ਭੇਡਾਂ ਨੂੰ ਆਪਣੇ ਬਾੜੇ ਦੇ ਵਿੱਚ ਇਕੱਠਾ ਕਰਾਂਗਾ। ਯਹੋਵਾ ਪਰਮੇਸ਼ਰ ਵੀ ਇਹਨਾਂ ਗੱਲਾਂ ਨੂੰ ਬਿਆਨ ਕਰਦਾ ਕਿ ਮੈਂ ਆਪਣੀਆਂ ਭੇਡਾਂ ਦੀ ਆਪ ਰੱਖਿਆ ਕਰਾਂਗਾ। ਹਾਲੇਲੂਇਆ। ਪਰਮੇਸ਼ਰ ਇੱਕ ਅੱਛਾ ਚਰਵਾਹਾ ਆ, ਉਹ ਆਪਣੀ ਤੁਲਨਾ ਚਰਵਾਹੇ ਦੇ ਰੂਪ ਦੇ ਵਿੱਚ ਕਰਦਾ ਆ। ਜਦੋਂ ਤੁਸੀਂ ਦੇਖਿਆ ਹੋਣਾ, ਜਦੋਂ ਦੁਨਿਆਵੀ ਜਿਹੜੀਆਂ ਭੇਡ ਬੱਕਰੀਆਂ ਹੁੰਦੀਆਂ, ਜਦੋਂ ਉਹ ਕਿਤੇ ਭਟਕ ਜਾਂਦੀਆਂ ਤਾਂ ਕੀ ਹੁੰਦਾ ਆ? ਜਿਹੜਾ ਚਰਵਾਹਾ ਕੀ ਕਰਦਾ? ਅਗਰ ਮੰਨ ਲਓ ਉਸਦੇ ਕੋਲ 100 ਭੇਡਾਂ ਆ ਤਾਂ ਉਹ ਕੀ ਕਰਦਾ? ਬਾਕੀ ਦੀਆਂ ਨੂੰ ਵਿੱਚੋਂ 2 ਭਟਕ ਜਾਂਦੀਆਂ ਤਾਂ ਬਾਕੀ 98 ਨੂੰ ਕੀ ਕਰਦਾ ਆ? ਉਹ ਚਰਾਂ ਦੇ ਵਿੱਚ ਛੱਡ ਕੇ, ਬਾੜੇ ਦੇ ਵਿੱਚ ਛੱਡ ਕੇ ਤੇ 2 ਨੂੰ ਲੱਭਣ ਜਾਂਦਾ ਆ। ਇਸੇ ਤਰ੍ਹਾਂ ਪਰਮੇਸ਼ਰ ਕਹਿੰਦਾ ਕਿ ਮੈਂ ਆਪਣੀਆਂ ਜਿਹੜੀਆਂ ਭੇਡਾਂ ਆ ਕੀ ਕਰੂੰਗਾ? ਉਹਨਾਂ ਦੀ ਸੁੱਧੀ ਲਊਂਗਾ, ਉਹਨਾਂ ਦੀ ਖਬਰ ਲਊਂਗਾ। ਉਹ ਜਿੱਥੇ ਵੀ ਹੋਣਗੀਆਂ ਮੈਂ ਉਹਨਾਂ ਨੂੰ ਕੀ ਕਰੂੰਗਾ? ਲੱਭਾਂਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਨਾ ਮੈਂ ਤੁਹਾਨੂੰ ਛੱਡਾਂਗਾ ਨਾ ਤਿਆਗਾਂਗਾ। ਪਰਮੇਸ਼ਰ ਇੱਕ ਵਿਸ਼ਵਾਸੀ ਨੂੰ ਕਦੇ ਵੀ ਨਹੀਂ ਭੁੱਲਦਾ। ਆਦਮ ਨੇ ਗਲਤੀ ਕਰ ਦਿੱਤੀ ਪਰ ਪਰਮੇਸ਼ਰ ਉਸਨੇ ਕਦੇ ਵੀ ਨਹੀਂ ਭੁੱਲਿਆ। ਆਦਮ ਪਰਮੇਸ਼ਰ ਦੇ ਕੋਲੋਂ ਦੂਰ ਹੋ ਗਿਆ ਪਰ ਪਰਮੇਸ਼ਰ ਨੇ ਉਸ ਨੂੰ ਆਪਣੇ ਨਜ਼ਦੀਕ ਲਿਆਉਣ ਦੇ ਲਈ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਨੂੰ ਦੇ ਦਿੱਤਾ। ਕਿਉਂ ਦਿੱਤਾ? ਕਿ ਉਹ ਜੋ ਆਦਮ ਭਟਕਿਆ ਹੋਇਆ ਸੀਗਾ ਉਹ ਪਰਮੇਸ਼ਰ ਦੇ ਨਜ਼ਦੀਕ ਆ ਜਾਏ। ਇਸੇ ਤਰ੍ਹਾਂ ਪਰਮੇਸ਼ਰ ਅੱਜ ਹਰੇਕ ਵਿਸ਼ਵਾਸੀ ਦੇ ਨਾਲ ਗੱਲਬਾਤ ਕਰਦਾ ਆ, ਹਰੇਕ ਵਿਸ਼ਵਾਸੀ ਨੂੰ ਲੱਭਦਾ ਆ, ਉਸ ਨੂੰ ਸਹੀ ਮਾਰਗ ਉੱਤੇ, ਸਹੀ ਸਿੱਖਿਆ ਦੇ ਵੱਲ ਲੈ ਕੇ ਜਾਂਦਾ ਆ। ਆਮੀਨ। ਪਰਮੇਸ਼ਰ ਕੀ ਕਹਿੰਦਾ? ਮੈਂ ਆਪਣੀਆਂ ਭੇਡ ਤੇ ਬੱਕਰੀਆਂ ਦੀ ਕੀ ਕਰੂੰਗਾ? ਸੁੱਧੀ ਲਊਂਗਾ, ਖਬਰ ਲਊਂਗਾ। ਤੇ ਜਦੋਂ ਅੱਗੇ ਕੀ ਕਹਿੰਦਾ ਪਰਮੇਸ਼ਰ? ਕਹਿੰਦਾ ਮੈਂ ਕੀ ਕਰੂੰਗਾ? ਉਹਨਾਂ ਨੂੰ ਕੱਢੂੰਗਾ। ਕਿੱਥੋਂ? ਜਿੱਥੋਂ ਉਹ ਘੋਰ ਅੰਧਕਾਰ ਦੇ ਵਿੱਚ ਫਸ ਗਈਆਂ, ਚਾਹੇ ਦੁੱਖ ਦੇ ਵਿੱਚ ਫਸੀਆਂ, ਉੱਥੋਂ ਵੀ ਪਰਮੇਸ਼ਰ ਕਹਿੰਦਾ ਮੈਂ ਕੱਢਾਂਗਾ। ਉਹ ਬਿਮਾਰੀ ਦੇ ਵਿੱਚ ਫਸ ਗਈਆਂ, ਉੱਥੋਂ ਵੀ ਕੱਢੂੰਗਾ। ਉਹ ਸ਼ੈਤਾਨ ਦੇ ਚੱਕਰ ਦੇ ਵਿੱਚ ਫਸ ਗਈਆਂ, ਮੈਂ ਉੱਥੋਂ ਵੀ ਕੱਢੂੰਗਾ। ਉਹ ਬਾਬਿਆਂ ਦੇ ਚੱਕਰਾਂ 'ਚ, ਚੇਲਿਆਂ ਦੇ ਚੱਕਰ 'ਚ, ਜਾਦੂ ਟੂਣਾ ਕਰਨ ਵਾਲਿਆਂ ਦੇ ਚੱਕਰ 'ਚ ਫਸ ਗਈਆਂ, ਮੈਂ ਉੱਥੋਂ ਵੀ ਕੱਢੂੰਗਾ। ਪਰਮੇਸ਼ਰ ਕਹਿੰਦਾ ਮੈਂ ਆਪਣੀਆਂ ਭੇਡਾਂ ਨੂੰ ਆਪ ਬਟੋਰੂੰਗਾ। ਮੈਂ ਉਹਨੇ ਉਨ ਸਭ ਸਥਾਨੋਂ में से निकाल ले आऊंगा। ਪਰਮੇਸ਼ਰ ਕਹਿੰਦਾ ਉਹ ਜਿੱਥੇ ਜਿੱਥੇ ਵੀ ਛੱਡ ਕੇ ਮੇਰੇ ਤੋਂ ਦੂਰ ਹੋ ਗਈਆਂ, ਕੀ ਕਰੂੰਗਾ? ਮੈਂ ਉਹਨਾਂ ਨੂੰ ਉੱਥੋਂ ਕੀ ਕਰੂੰਗਾ? सब स्थानों से लेके आऊंगा, निकाल ले आऊंगा। जहां जहां बे बादल और घोर अंधकार के दिन तितर बितर हो गई सी, मतलब भटक गई सी। तितर बितर होने का मतलब खिलर गई सीगियां। परमेश्वर कहता मैं अपने चुने हुए लोगों को की करूंगा? लेके आऊंगा। हालेलुया। मैं उन देश देश के लोगों में से निकालूंगा और देश देश से उन्हें इकट्ठा करूंगा। चाहे वो कहते वो इंडिया दे विच है, चाहे वो इंग्लैंड दे विच है, चाहे वो अमरीका दे विच है, चाहे वो जापान दे विच है, कहते किते भी वो भटक गई हैं, चाहे इस देश तो छड्ड के दूसरे देश दे विच चल गई। परमेश्वर की कहना मैं उत्तों भी उन्होंने की करूंगा? चुनूंगा, इकट्ठा करूंगा। हालेलुया। परमेश्वर अपनी भेडां नूं कदे भी खिलरियां नहीं रहन दिंदा, वो इकट्ठा करेगा। आमीन। मैं उन्हें देश देश के लोगों में से निकाल लाऊंगा।
और उन्हें इकट्ठा करूंगा और उन्हीं की निज भूमि में ले आऊंगा। हालेलुया। परमेश्वर कहंदा मैं ਉਹਨਾਂ ਦੀ ਜਿਹੜੀ ਨਿਜ ਭੂਮੀ ਆ। ਹੁਣ ਇੱਕ ਵਿਸ਼ਵਾਸੀ ਦੀ ਨਿਜ ਭੂਮੀ ਕਿੱਥੇ ਆ? ਉਹ ਹੈਗੀ ਹੈਵਨ ਦੇ ਵਿੱਚ, ਨਵੇਂ ਨੇਮ ਦੇ ਅਨੁਸਾਰ। ਕਿਉਂਕਿ ਜਿਹੜਾ ਪੁਰਾਣਾ ਨੇਮ ਹੈ ਜਦੋਂ ਨਿਊ ਨੇਮ ਦੇ ਵਿੱਚ, ਨਵੇਂ ਨੇਮ ਦੇ ਵਿੱਚ ਕਨਵਰਟ ਹੋ ਗਿਆ, ਹੁਣ ਜਿਹੜਾ ਸਾਡਾ ਨਿਜ ਭੂਮੀ ਆ, ਅਸੀਂ ਸਾਰਿਆਂ ਨੇ ਵਿਸ਼ਵਾਸੀਆਂ ਨੇ, ਚਾਹੇ ਤੁਸੀਂ ਕਿਤੇ ਵੀ ਆ ਦੇਸ਼, ਕਿਸੇ ਵੀ ਇਸ ਵਰਲਡ ਦੇ ਕਿਸੇ ਵੀ ਦੇਸ਼ ਦੇ ਵਿੱਚ ਆ, ਕੋਨੇ ਦੇ ਵਿੱਚ ਆ, ਪੂਰੇ ਸੰਸਾਰ ਦੇ ਵਿੱਚ ਕਿੱਥੇ ਵੀ ਇਸ ਬੈਠੇ ਪ੍ਰਚਾਰ ਨੂੰ ਸੁਣ ਰਹੇ ਆ, ਇਹ ਕਿਤੇ ਵੀ ਤੁਸੀਂ ਮੌਜੂਦ ਆ, ਪਰ ਸਾਡੀ ਸਾਰਿਆਂ ਦੀ ਜਿਹੜੀ ਨਿਜ ਭੂਮੀ ਆ, ਅਸੀਂ ਸਾਰਿਆਂ ਨੇ ਇਕੱਠੇ ਕਿੱਥੇ ਹੋਣਾ ਆ? ਹੈਵਨ ਦੇ ਵਿੱਚ, ਸਵਰਗ ਦੇ ਵਿੱਚ। ਪਰਮੇਸ਼ਰ ਕਹਿੰਦਾ ਕੀ ਕਰਾਂਗਾ? ਮੈਂ ਆਪਣੀਆਂ ਭੇਡਾਂ ਨੂੰ ਆਪਣੇ ਬਾੜੇ ਦੇ ਵਿੱਚ, ਨਿਜ ਭੂਮੀ ਦੇ ਵਿੱਚ ਇਕੱਠੇ ਕਰਾਂਗਾ। ਹਾਲੇਲੂਇਆ। और अगर जो 14 पढ़ते हो तो लिखा मैं उन्हें अच्छी चराई में चराऊंगा और इसराइल के ऊंचे ऊंचे पहाड़ों पर उनको चराई मिलेगी, वहाँ वे अच्छी हरियाली में बैठा करेंगी। हालेलुया। और इसराइल के पहाड़ों पर उत्तर से चराई, उत्तम से उत्तम चराई चरेंगी। हालेलुया। परमेश्वर कहता एक खरी तो खरी मतलब उपजाऊ भूमि ਦੇ ਵਿੱਚ ਚਰਿਆ ਕਰਨਗੀਆਂ। ਜਦੋਂ ਅਸੀਂ ਵਚਨ ਸਹਾਇਤਾ ਉਸ ਦਾ 23ਵਾਂ ਅਧਿਆਇ ਪੜ੍ਹਦੇ ਹਾਂ, ਉਸ ਦੀ ਇੱਕ ਆਇਤ ਵਚਨ ਸਹਾਇਤਾ, ਉੱਥੇ ਜਿਹੜਾ ਦਾਊਦ ਹੈ ਉਹ ਵੀ ਪਰਮੇਸ਼ਰ ਨੂੰ ਕੀ ਕਹਿੰਦਾ, ਕੀ ਕਹਿ ਕੇ ਸੰਬੋਧਨ ਕਰਦਾ ਆ? ਯਹੋਵਾ ਮੇਰਾ ਚਰਵਾਹਾ ਹੈ, ਮੁਝੇ ਕੁਛ ਗਟੀ ਨਾ ਹੋਗੀ। ਤੇ ਦਾਊਦ ਕੀ ਕਹਿੰਦਾ? ਕਹਿੰਦਾ ਯਹੋਵਾ ਕੀ ਆ? ਮੇਰਾ ਚਰਵਾਹਾ ਆ। ਹੁਣ ਅਸੀਂ वचन देखा कि परमेश्वर किस तरह कह के सानू संबोधन करता है, ते असी उहदियां भेडां हाँ। परमेश्वर की कहना आ कि एक चरवाहे दा की काम हुंदा आ? जिहड़ा चरवाहा आ वो भेडां नूं की करदा आ? तुसीं देखिया होना, वो कदे भी जिहड़ा चरवाहा हुंदा आ, जदों संसार दे विच तुसीं भेडां नूं देखिया, बकरियां नूं देखिया, की करदा चरवाहा, चाहे वो मੱਝਾਂ दा चरवाहा आ, वो कदे भी अपने जिहड़ियां जिस भी वो जानवर नूं पालदा आ, वो कदे भी उसनूं सुखी जगह ते नहीं लैके जाता, बल्कि हरियाली वाली जगह ते लैके जाता है। हालेलुया। एक दुनियावी चरवाहा जिहड़ा आ अपनियां भेडां नूं, बकरियां नूं उस दिशा वाल लैके जाएगा, उन्हां नूं चारण दे लई, जिथे अच्छा घाह होएगा, जिथे उन्हां नूं पीण लई पानी होवेगा, जिथे उन्हां दे लई हर एक सुविधा होएगी, खाण दे लई, पीण दे लई, बैठण दे लई, जिथे जंगली जानवरां दा उन्हां ते हमला नहीं होएगा, वो उस दिशा वाल नूं लैके जाएगा। आमीन। इसे तरह जिहड़ा परमेश्वर है वो अपने आप नूं चरवाहा कह के संबोधन करता कि मैं चरवाहा हाँ अपनियां भेडां दा। परमेश्वर भी सानू हरियाली वाली जगह ते लैके जाना चाहता है। आमीन। परमेश्वर सानू जिथे साडी आशीष पई आ, जिथे साडी बरकत पई आ, जिथे साडी चंगाई पई आ, जिथे साडी आत्मिक उन्नति पई आ, जिथे साडा जुड़ना सही आ, जिथे साडा जाना सही आ, परमेश्वर सानू उस दिशा दे विच लेके जाएगा। परमेश्वर सानू उस दिशा दे वल लेके जाए, क्योंकि वो साडा आत्मिक चरवाहा आ। आमीन। वो साडा आत्मिक चरवाहा आ। इसे तरह जिहड़ा चरवाहा आ वो भेडां दा ख्याल रखदा, दुनियावी चरवाहा, ते जिहड़ा साडा यहोवा परमेश्वर साडा अयाली आ, जिहड़ा साडा चरवाहा आ, वो भी साडा ध्यान रखदा आ। आमीन। ध्यान रखदा कि सानू किस दिशा दे वल जाना चाहिए, सानू किस दिशा वल बधना चाहिए, साडी आत्मिक उन्नति कित्थे होएगी। हालेलुया। परमेश्वर सानू सही दिशा दे वल लेके जाएगा। हालेलुया। जिहड़ा चरवाहा आ उहदे बहुत सारे काम हुंदे आ, बहुत सारे असीं उन्हां नूं लगातार देखांगे, ते भेडां दे की काम हुंदे आ वो भी असीं देखांगे। हालेलुया। जिहड़ा चरवाहा आ ਉਹ ਕੀ ਦਾਊਦ ਕੀ ਕਹਿੰਦਾ ਆ? ਯਹੋਵਾ ਕੀ ਆ? ਮੇਰਾ ਅਯਾਲੀ ਆ, ਚਰਵਾਹਾ ਆ। ਯਹੋਵਾ ਮੇਰਾ ਚਰਵਾਹਾ, ਕਹਿੰਦਾ ਮੈਨੂੰ ਕੁਝ ਘਟੀ ਨਹੀਂ ਹੋਊਗੀ। ਅਗਰ ਅਸੀਂ ਆਪਣਾ ਜਿਹੜਾ ਚਰਵਾਹਾ ਆ, ਸਾਡੀ ਆਤਮਾ ਦਾ ਚਰਵਾਹਾ, ਅਗਰ ਯਹੋਵਾ ਪਰਮੇਸ਼ਰ ਹੈ, ਯਿਸੂ ਮਸੀਹ ਆ, ਤੇ ਸਾਨੂੰ ਕੁਝ ਵੀ ਘਟੀ ਹੋਣ ਵਾਲੀ ਨਹੀਂ ਆ। ਸਾਡੀਆਂ ਜ਼ਰੂਰਤਾਂ ਨੂੰ ਉਹ ਟਾਈਮ ਟੂ ਟਾਈਮ ਮੁਹੱਈਆ ਕਰਾਏਗਾ। ਸਾਡੀਆਂ ਸਰੀਰਕ ਜ਼ਰੂਰਤਾਂ ਨੂੰ, ਸਭ ਤੋਂ ਪਹਿਲਾਂ ਆਤਮਿਕ ਜ਼ਰੂਰਤਾਂ ਨੂੰ ਵੀ ਉਹ ਕੀ ਕਰੇਗਾ? ਸਹੀ ਸਮੇਂ ਤੇ ਸਹੀ ਦਿਸ਼ਾ ਦੇ ਵਿੱਚ ਉਹ ਪੂਰਾ ਕਰੇਗਾ। ਆਮੀਨ। ਸਹੀ ਸਥਾਨ ਤੇ ਪੂਰਾ ਕਰੇਗਾ। ਕਿਉਂਕਿ ਅਗਰ ਭੇਡਾਂ ਚਰਵਾਹੇ ਦੇ ਵਿਰੁੱਧ ਹੋ ਕੇ, ਚਰਵਾਹੇ ਨੂੰ ਛੱਡ ਕੇ ਦੂਸਰੇ ਪਾਸੇ ਨੂੰ ਚਲੀਆਂ ਜਾਣ, ਚਰਵਾਹੇ ਦੇ ਪਿੱਛੇ ਨਾ ਚੱਲਣ, ਕਿਉਂਕਿ ਚਰਵਾਹਾ ਜਿਹੜਾ ਆ ਉਹ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਂਦਾ ਆ। ਕਦੇ ਵੀ ਕਿ ਕਈ ਭੇਡਾਂ ਹੁੰਦੀਆਂ ਜਦੋਂ ਭਟਕ ਜਾਂਦੀਆਂ ਤਾਂ ਝਾੜੀਆਂ ਦੇ ਵਿੱਚ ਫਸ ਜਾਂਦੀਆਂ ਉਹ।
ਉਹ ਬਘਿਆੜ ਖਾ ਲੈਂਦੇ ਆ, ਉਹਨਾਂ ਨੂੰ ਸ਼ੇਰ ਭਾਲੂ ਖਾ ਲੈਂਦੇ ਆ। ਕੀ ਹੋ ਜਾਂਦਾ ਜਦੋਂ ਅਸੀਂ ਆਪਣੇ ਪਰਮੇਸ਼ਰ ਤੋਂ, ਆਪਣੇ ਚਰਵਾਹੇ ਤੋਂ ਅਲੱਗ ਹੋਵਾਂਗੇ, ਅਸੀਂ ਖਤਰੇ ਦੇ ਵਿੱਚ ਫਸ ਜਾਂਦੇ ਹਾਂ। ਅਸੀਂ ਆਪਣੇ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦੇ ਤਾਂ ਖਤਰੇ ਦੇ ਵਿੱਚ ਫਸ ਜਾਂਦੇ ਹਾਂ। ਅਗਰ ਅਸੀਂ ਆਪਣੇ ਪਰਮੇਸ਼ਰ ਦੇ ਪਿੱਛੇ ਚੱਲਣਾ ਬੰਦ ਕਰ ਦੇਵਾਂਗੇ ਤਾਂ ਅਸੀਂ ਖਤਰੇ ਦੇ ਵਿੱਚ ਆ। ਜਿਹੜਾ ਯਹੋਵਾ ਪਰਮੇਸ਼ਰ ਆ ਉਹ ਸਾਡਾ ਇਆਲੀ ਆ, ਅਸੀਂ ਉਸ ਨੂੰ ਛੱਡ ਕੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਉਸ ਤੋਂ ਬਾਈਬਲ ਕਹਿੰਦੀ ਅਸੀਂ ਦੂਰ ਹੋ ਕੇ, ਉਸ ਤੋਂ ਅਲੱਗ ਹੋ ਕੇ, ਉਸ ਇਆਲੀ ਤੋਂ ਜੁਦਾ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਹਾਲੇਲੂਇਆ। ਇਸ ਲਈ ਆਪਣੇ ਚਰਵਾਹੇ ਦੇ ਨਾਲ, ਯੀਸ਼ੂ ਮਸੀਹ ਦੇ ਨਾਲ ਜੁੜੇ ਰਹਿਣਾ ਉਹੀ ਅੱਛਾ ਚਰਵਾਹਾ है। दाऊद की कहना है, यहोवा मेरा चरवाहा, मुझे कुछ घटी नहीं होगी। वह मुझे हरी हरी चराई में बैठाता और मुझे सुखदाई जल के झरने के पास ले जाता है। वह मेरे जी में जी ले आता है। धर्म के मार्ग में वह अपने नाम के निमित्त मेरी अगुवाई करता है। चाहे मैं घोर अंधकार से भरी हुई तराई में होकर चलूं तो भी हानि से ना डरूंगा। दाऊद की कहना है, चाहे कहना मैं घोर अंधकार, जिथे मतलब हनेरा ही हनेरा, जिथे शैतान दे लोक है, जिथे शैतान दा पैरा आ, कहना चाहे मैं अग दे विचों होके, चाहे मैं पानियां दे विचों होके, चाहे समुद्रां दे विचों होके निकला, कहना फिर भी मैं की करांगा, नहीं डरांगा। कि क्यों ना डरांगा? कि यहोवा मेरा की आ चरवाहा आ। हालेलुया। जदों यहोवा परमेश्वर साडा चरवाहा आ, वो साडे संग है, साडे नाल है, ते सानू डरन दी जरूरत नहीं है, क्योंकि वह मेरे साथ रहता है। अगे की कहना है दाऊद, तेरे सोटे और तेरी लाठी से मुझे शांति मिलती है। हालेलुया। ते जदों जिहड़ा चरवाहा आ, चरवाहे दे हत्थ दे विच तुसीं देखिया होना, जदों वो अपणियां भेडां नूं बकरियां नूं लैके जांदा आ तां की हुंदा आ, ਉਹਦੇ ਹੱਥ ਦੇ ਵਿੱਚ ਕੀ ਹੁੰਦੀ ਆ? ਇੱਕ ਲਾਠੀ ਹੁੰਦੀ ਆ, ਇੱਕ ਸੋਟੀ ਹੁੰਦੀ ਆ। ਹਾਲੇਲੂਇਆ। ਉਹ ਕੀ ਕਰਦਾ ਆ? ਲਾਠੀ ਤੇ ਸੋਟੀ ਨੂੰ ਲੈ ਕੇ ਆਪਣੀਆਂ ਭੇਡਾਂ ਨੂੰ, ਬੱਕਰੀਆਂ ਨੂੰ ਕੀ ਕਰਦਾ ਆ? ਉਹ ਚਾਰਨ ਜਾਂਦਾ ਆ। ਦੁਨਿਆਵੀ ਚਰਵਾਹੇ ਦੀ ਗੱਲ ਕਰ ਰਿਹਾ ਮੈਂ। ਤੇ ਜਿਹੜਾ ਯਹੋਵਾ ਪਰਮੇਸ਼ਰ ਉਹ ਵੀ ਕੀ ਹੈ? ਚਰਵਾਹਾ ਆ। ਉਹਦੇ ਹੱਥ ਦੇ ਵਿੱਚ ਵੀ ਲਾਠੀ ਆ ਤੇ ਸੋਟੀ ਆ। ਹਾਲੇਲੂਇਆ। ਯਹੋਵਾ ਪਰਮੇਸ਼ਰ ਆਪਣੇ ਆਪ ਨੂੰ ਚਰਵਾਹੇ ਦੇ ਰੂਪ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਸਮਝਾ ਰਿਹਾ। ਅੱਜ ਉਸੇ ਐਗਜ਼ਾਮਪਲ ਨੂੰ ਮੈਂ ਲੈ ਕੇ ਤੇ ਤੁਹਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਕੀ ਆ, ਤੇ ਪਰਮੇਸ਼ਰ ਤੁਹਾਡਾ ਨਾਲ ਰਿਸ਼ਤਾ ਕੀ ਆ, ਤੁਹਾਡਾ ਰਿਸ਼ਤਾ ਪਰਮੇਸ਼ਰ ਨਾਲ ਕੀ ਆ, ਤੇ ਤੁਹਾਡਾ ਪਰਮੇਸ਼ਰ ਕਿੰਨਾ ਖਿਆਲ ਰੱਖਦਾ, ਤੇ ਤੁਸੀਂ ਕਿਸ ਦੇ ਮਗਰ ਚੱਲਦੇ ਹੋ, ਤੇ ਤੁਸੀਂ ਉਸਦੀਆਂ ਭੇਡਾਂ ਹੋ ਜਾਂ ਨਹੀਂ ਹੋ, ਤੁਸੀਂ ਖੁਦ ਦੇਖਣਾ ਹੈ। ਅੱਜ ਇਸ ਵਚਨ ਨੂੰ ਸੁਣ ਕੇ, ਇਸ ਵਚਨ ਨੂੰ ਜਿੰਨਾ ਵੀ ਇਹ ਹੋਏਗਾ, ਜਿੰਨੇ ਵੀ ਪਾਠ ਬਣਨਗੇ, ਤੁਸੀਂ ਜਦੋਂ ਸੁਣੋਗੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਗਾ। ਆਮੀਨ। ਕਿਉਂਕਿ ਜਿਹੜਾ ਚਰਵਾਹਾ ਆ ਉਸਦੇ ਹੱਥ ਦੇ ਵਿੱਚ ਇੱਕ ਲਾਠੀ ਹੁੰਦੀ ਆ, ਇੱਕ ਸੋਟੀ ਹੁੰਦੀ ਆ। ਜਿਹੜੀ ਸੋਟੀ ਹੁੰਦੀ ਆ ਇੱਕ ਛਿਟੀ ਦੇ ਸਮਾਨ ਹੁੰਦੀ ਆ, ਕਰੀਬ 3 ਫੁੱਟ 4 ਫੁੱਟ 3 ਫੁੱਟ ਦੀ ਕਰੀਬ। ਉਹ ਛਿਟੀ ਦੇ ਨਾਲ ਕੀ ਕਰਦਾ ਆ? ਉਹ ਛਿਟੀ ਦੇ ਨਾਲ ਭੇਡਾਂ ਅਗਰ ਮਤਲਬ ਉਹਨਾਂ ਨੂੰ ਉਹ ਸਹੀ ਢੰਗ ਨਾਲ ਤੁਰ ਨਹੀਂ ਰਹੀਆਂ, ਜਾਂ ਉਹ ਭੇਡਾਂ ਦੇ ਮਾਰਨ ਦੇ ਲਈ ਹੁੰਦੀ ਆ, ਜਿਹੜੀ ਛਿਟੀ ਹੁੰਦੀ ਆ, ਕਿ ਭੇਡਾਂ ਨੂੰ ਕੰਟਰੋਲ ਕਰਨ ਦੇ ਲਈ, ਭੇਡਾਂ ਨੂੰ ਡਾਂਟਣ ਦੇ ਲਈ, ਉਹ ਭੇਡਾਂ ਦੇ ਮਾਰਨ ਦੇ ਲਈ ਹੁੰਦੀ ਆ। ਇਸੇ ਤਰ੍ਹਾਂ ਪਰਮੇਸ਼ਰ ਦੇ ਕੋਲ ਵੀ ਲਾਠੀ ਹੈਗੀ ਆ ਤੇ ਸੋਟੀ ਵੀ ਹੈਗੀ ਆ। ਜਿਹੜੀ ਵੱਡੀ ਲਾਠੀ ਹੁੰਦੀ ਚਰਵਾਹੇ ਦੇ ਕੋਲ, ਉਹ ਕੀ ਕਰਦੀ ਆ, ਤੇ ਜਿਹੜੀ ਛੋਟੀ ਸੋਟੀ ਆ ਉਹ ਕੀ ਕਰਦੀ ਆ? ਛੋਟੀ ਸੋਟੀ ਦੇ ਨਾਲ ਕੀ ਕਰਦਾ? ਚਰਵਾਹਾ ਆਪਣੀਆਂ ਭੇਡਾਂ ਨੂੰ ਕੰਟਰੋਲ ਕਰਦਾ ਆ, ਉਹਨਾਂ ਨੂੰ ਤੋੜਦਾ ਅੱਗੇ ਨੂੰ। ਤੁਸੀਂ ਦੇਖਿਆ ਹੋਣਾ ਜਿਹੜਾ ਚਰਵਾਹਾ ਆ, ਉਹ ਜਦੋਂ ਭੇਡਾਂ ਨੂੰ ਲੈ ਕੇ ਜਾਂਦਾ, ਉਹ ਕਈ ਵਾਰ ਰਸਤੇ ਦੇ ਵਿੱਚ ਮੋੜ ਕੱਟਣਾ ਹੁੰਦਾ ਤਾਂ ਕੀ ਕਰਦਾ? ਉਹਨਾਂ ਨੂੰ ਆਵਾਜ਼ ਦਿੰਦਾ ਆ, ਸਿਗਨਲ ਦਿੰਦਾ ਆ, ਉਹ ਆਵਾਜ਼ ਕਰਦਾ ਆ। ਤੇ ਕੀ ਕਰਦਾ? ਉਹ ਭੇਡ ਆਵਾਜ਼ਾਂ ਨੂੰ ਸੁਣ ਕੇ ਕੀ ਕਰਦੀ ਆ? ਤੇ ਉਹ ਆਪਣੇ ਚਰਵਾਹੇ ਦੀ ਆਵਾਜ਼ ਨੂੰ ਸੁਣ ਕੇ ਉਹ ਸਮਝ ਜਾਂਦੀ ਹੈ ਕਿ ਸਾਡਾ ਚਰਵਾਹਾ ਸਾਨੂੰ ਕੀ ਕਹਿ ਰਿਹਾ, ਤੇ ਉੱਧਰ ਨੂੰ ਹੀ ਮੁੜ ਜਾਂਦੀਆਂ ਆ ਉਹ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਵੀ ਕੀ ਕਿਹਾ? ਮੇਰੀਆਂ ਭੇਡਾਂ ਮੇਰੇ ਸ਼ਬਦ ਨੂੰ, ਮੇਰੀ ਆਵਾਜ਼ ਨੂੰ ਕੀ ਕਰਦੀਆਂ? ਸੁਣਦੀਆਂ ਤੇ ਪਹਿਚਾਣਦੀਆਂ ਹਨ। ਹਾਲੇਲੂਇਆ। ਜਿਹੜਾ ਚਰਵਾਹਾ ਆ ਉਹ ਜਦੋਂ ਭੇਡਾਂ ਨੂੰ ਆਵਾਜ਼ ਦਿੰਦਾ, ਹੂ 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 ਇਸ ਤਰ੍ਹਾਂ ਦੀਆਂ ਆਵਾਜ਼ਾਂ ਦਿੰਦਾ ਆ, ਉਹ ਜਿਹੜਾ ਸਿਗਨਲ ਹੈ ਉਹ ਭੇਡਾਂ ਕੀ ਕਰਦੀਆਂ? ਕੈਚ ਕਰਦੀਆਂ ਆ ਕਿ ਸਾਡਾ ਜਿਹੜਾ ਮਾਲਿਕ ਹੈ ਸਾਨੂੰ ਕਿੱਧਰ ਨੂੰ ਮੁੜਨ ਦੇ ਲਈ ਕਹਿ ਰਿਹਾ, ਤੇ ਭੇਡਾਂ ਉਸੇ ਦਿਸ਼ਾ ਵੱਲ ਮੁੜ ਜਾਂਦੀਆਂ। ਤੇ ਜਿਹੜੀ ਛਿਟੀ ਹੁੰਦੀ ਆ, ਉਹ ਛਿਟੀ ਦੇ ਨਾਲ ਕੀ ਕਰਦਾ? ਅਗਰ ਕੋਈ ਰਸਤੇ ਦੇ ਵਿੱਚ ਕੋਈ ਟ੍ਰੈਫਿਕ, ਕਿਸੇ ਨੇ ਲੰਘਣਾ, ਮੋਟਰਸਾਈਕਲ ਵਾਲੇ ਨੇ, ਸਕੂਟਰ ਨੇ ਲੰਘਣਾ ਆ, ਤਾਂ ਕੀ ਕਰਦਾ? ਉਹ ਛਿਟੀ ਦੇ ਨਾਲ ਭੇਡਾਂ ਨੂੰ ਕੀ ਕਰਦਾ ਆ? ਮਾੜਾ 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 ਮਾਰ ਮਾਰ ਕੇ ਕੀ ਕਰ ਦਿੰਦਾ ਆ? ਉਹ ਭੇਡਾਂ ਐਨ ਇਕੱਠੀਆਂ ਹੋ ਜਾਂਦੀਆਂ ਲਾਈਨ ਦੇ ਵਿੱਚ।
ਇੱਕ ਵਾਰ ਮੈਂ ਰਸਤੇ ਦੇ ਵਿੱਚ ਆ ਰਿਹਾ ਸੀਗਾ ਤਾਂ ਭੇਡਾਂ ਜਾ ਰਹੀਆਂ ਸੀਗੀਆਂ, ਪਿੱਛੇ ਚਰਵਾਹਾ ਸੀਗਾ ਤੇ ਉਹਦੇ ਕੋਲ ਛਿੱਟੀ ਨਾਲ ਕੀ ਕੀਤਾ, ਉਹਨੇ ਜ਼ਿਆਦਾ ਦੱਬ ਕੇ ਨਹੀਂ ਮਾਰੀ, ਪੋਲੀ 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 ਮਾਰਦਾ ਚੱਲ ਗਿਆ ਹਰੇਕ ਭੇਡ ਦੇ। ਉਹ ਸਾਰੀਆਂ ਭੇਡਾਂ ਜਿਹੜੀਆਂ ਖਿਲਰੀਆਂ ਸੀਗੀਆਂ, ਖੁੱਲਾ ਰਸਤਾ ਪੂਰਾ ਘੇਰਿਆ ਸੀਗਾ, ਉਹ ਇਕੱਠੀਆਂ ਇੱਕ ਲਾਈਨ ਦੇ ਵਿੱਚ ਇਦਾਂ ਹੋ ਗਈਆਂ ਕਿ ਕੀ ਕਰੇ ਕਿ ਜਿਹੜਾ ਪਿੱਛੋਂ ਬੰਦਾ ਆ ਰਿਹਾ ਆ ਜਾਂ ਗੱਡੀ ਵਾਲਾ ਮੋਟਰਸਾਈਕਲ ਵਾਲਾ ਕੀ ਹੋ ਗਏ, ਨਿਕਲ ਜਾਵੇ ਅੱਗੇ, ਲੰਘ ਜਾਵੇ। ਮਤਲਬ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ, ਉਹਨੂੰ ਦਿਸ਼ਾ ਦੇਣ ਦੇ ਲਈ, ਉਹਨਾਂ ਨੂੰ ਸਮਝਾਉਣ ਦੇ ਲਈ ਉਹ ਛਿੱਟੀ ਵਰਤੀ ਜਾਂਦੀ ਆ। ਹਾਲੇਲੂਇਆ। ਤੇ ਜਿਹੜਾ ਪਰਮੇਸ਼ਰ ਲਾਠੀ ਦੀ ਗੱਲ ਕਰ ਰਿਹਾ ਆ, ਤੇ ਜਿਹੜੀ ਲਾਠੀ ਹੁੰਦੀ ਆ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਡਾਂਗ ਕਹਿ ਦਿੰਦੇ ਆ, ਉਹ ਲਾਠੀ ਜਿਹੜੀ ਹੁੰਦੀ ਆ ਉਹ ਬਹੁਤ ਵੱਡੀ ਹੁੰਦੀ ਆ, ਕਰੀਬ 6 ਫੁੱਟ ਦੀ, 7 ਫੁੱਟ ਦੀ ਕਹਿ ਸਕਦੇ ਆ, 8 ਫੁੱਟ ਦੀ ਕਹਿ ਸਕਦੇ ਆ। ਲਾਠੀ ਵੱਡੀ ਹੁੰਦੀ ਆ। ਪਰਮੇਸ਼ਰ ਜਿਹੜਾ ਚਰਵਾਹਾ ਆ ਉਹਦੇ ਕੋਲ ਵੀ ਇੱਕ ਲਾਠੀ ਆ। ਤੇ ਅਸੀਂ ਹੁਣ ਗੱਲ ਕਰਾਂਗੇ ਦੁਨਿਆਵੀ ਜਿਹੜਾ ਚਰਵਾਹਾ ਉਹਦੀ ਲਾਠੀ ਦੀ। ਸਭ ਤੋਂ ਪਹਿਲਾਂ ਜਿਹੜੀ ਦੁਨਿਆਵੀ ਲਾਠੀ ਆ ਉਹ ਕੀ ਕਾਹਦੇ ਲਈ ਵਰਤੀ ਜਾਂਦੀ ਆ, ਕਿਉਂ ਰੱਖਦੇ ਆ ਚਰਵਾਹੇ? ਅਗਰ ਭੇਡਾਂ ਉੱਤੇ ਕੋਈ ਹਮਲਾ ਕਰ ਦਿੰਦਾ ਆ, ਕੋਈ ਭਾਲੂ, ਕੋਈ ਜਾਨਵਰ, ਕੋਈ ਕੁੱਤਾ, ਇਹੋ ਜਿਹਾ ਕੋਈ ਜਾਨਵਰ ਭੇਡਾਂ ਉੱਤੇ ਹਮਲਾ ਕਰਦਾ, ਬੱਕਰੀਆਂ ਉੱਤੇ ਹਮਲਾ ਕਰਦਾ, ਉਹ ਕੀ ਕਰਦਾ, ਚਰਵਾਹਾ ਉਸ ਲਾਠੀ ਦੇ ਦੁਆਰਾ ਉਸ ਜਾਨਵਰ ਨੂੰ ਜਿਹੜਾ ਉਹਨਾਂ ਉੱਤੇ ਅਟੈਕ ਕਰ ਰਿਹਾ, ਹਮਲਾ ਕਰ ਰਿਹਾ, ਰੋਕੇਗਾ। ਹਾਲੇਲੂਇਆ। ਰੋਕੇਗਾ ਕਿ ਕੀ ਕਰੇ ਕਿ ਉਹ ਭੇਡਾਂ ਉੱਤੇ ਅਟੈਕ ਨਾ ਕਰ ਸਕੇ। ਪਰ ਜਿਹੜਾ ਚਰਵਾਹਾ ਆ ਉਹ ਆਪਣੀਆਂ ਭੇਡਾਂ ਨੂੰ ਬਚਾਉਣ ਦੇ ਲਈ ਅੱਗੇ ਹੋ ਜਾਂਦਾ ਆ ਤੇ ਉਸ ਜਾਨਵਰ ਨੂੰ ਕੀ ਕਰਦਾ ਆ, ਭਜਾ ਦਿੰਦਾ, ਦੌੜਾ ਦਿੰਦਾ ਆ ਤੇ ਆਪਣੀਆਂ ਭੇਡਾਂ ਨੂੰ ਸੁਰੱਖਿਅਤ ਰੱਖਦਾ। ਜਿਹੜੀ ਵੱਡੀ ਲਾਠੀ ਹੁੰਦੀ ਆ ਉਹ ਲਾਠੀ ਕਦੇ ਵੀ ਭੇਡ ਉੱਤੇ ਨਹੀਂ ਮਾਰਦਾ। ਉਹ ਭੇਡ ਨੂੰ ਅਗਰ ਮਾਰਨੀ ਹੈ ਤਾਂ ਸੋਟੀ ਦਾ ਇਸਤੇਮਾਲ ਕਰਦਾ ਆ। ਇਸੇ ਤਰ੍ਹਾਂ ਜਿਹੜਾ ਯਹੋਵਾ ਪਰਮੇਸ਼ਰ ਹੈ, दाऊद की कहना, तेरी सोटे और तेरी लाठी से मुझे शांति मिलती है। हालेलुया। इसे तरह ਜਿਹੜਾ ਪਰਮੇਸ਼ਰ ਹੈ ਉਹਦੇ ਕੋਲ ਵੀ ਇੱਕ ਸਾਡੇ ਲਈ ਲਾਠੀ ਤੇ ਸੋਟੀ ਆ। ਉਹ ਆਤਮਿਕ ਲਾਠੀ ਤੇ ਸੋਟੀ ਦੀ ਗੱਲ ਕਰ ਰਿਹਾ ਹੈ। ਤੇ ਜਿਹੜਾ ਦੁਨਿਆਵੀ ਚਰਵਾਹਾ ਆ ਉਸ ਸੋਟੀ ਦੇ ਦੁਆਰਾ, ਉਸ ਡਾਂਗ ਦੇ ਦੁਆਰਾ ਕੀ ਕਰਦਾ, ਸਭ ਤੋਂ ਪਹਿਲਾਂ ਭੇਡਾਂ ਦੀ ਰਾਖੀ ਕਰਦਾ ਆ। ਹਾਲੇਲੂਇਆ। ਭੇਡਾਂ ਦੀ ਕੀ ਕਰਦਾ ਆ, ਰਾਖੀ ਕਰਦਾ ਜੰਗਲੀ ਜਾਨਵਰਾਂ ਤੋਂ। ਦੂਸਰਾ ਕੰਮ ਉਸਦਾ ਕੀ ਆ, ਅਗਰ ਉਚਾਈ ਉੱਤੇ ਕੋਈ ਹਰਿਆਲੀ ਆ, ਮਤਲਬ ਕੋਈ ਦਰਖਤ ਦੀਆਂ ਟਾਹਣੀਆਂ ਉੱਚੀਆਂ ਆ, ਭੇਡਾਂ ਬੱਕਰੀਆਂ ਉਸ ਤੱਕ ਪਹੁੰਚ ਨਹੀਂ ਰਹੀਆਂ, ਤਾਂ ਕੀ ਕਰਦਾ, ਉਸ ਲਾਠੀ ਦੇ ਦੁਆਰਾ, ਉਸ ਡਾਂਗ ਦੇ ਦੁਆਰਾ ਉਸ ਟਾਹਣੀ ਨੂੰ ਥੱਲੇ ਨੂੰ ਖਿੱਚ ਦਿੰਦਾ ਤੇ ਭੇਡਾਂ ਬੱਕਰੀਆਂ ਕੀ ਕਰਦੀਆਂ, ਖਾ ਲੈਂਦੀਆਂ, ਜਾਂ ਤੋੜ ਕੇ ਸੁੱਟ ਦਿੰਦਾ ਆ ਤਾਂ ਉਹ ਖਾ ਲੈਂਦੀਆਂ ਆ। ਹਾਲੇਲੂਇਆ। ਇਸੇ ਤਰ੍ਹਾਂ ਜਿਹੜਾ ਯਹੋਵਾ ਪਰਮੇਸ਼ਰ ਹੈ ਉਹ ਕਿੱਦਾਂ ਸਾਨੂੰ ਆਸ਼ੀਸ਼ ਦਿੰਦਾ ਆ ਤੇ ਅਸੀਂ ਦੇਖਾਂਗੇ। ਹਾਲੇਲੂਇਆ। ਕਿਉਂਕਿ ਜਿਹੜੀ ਸਾਡੀ ਆਤਮਿਕ ਆਸ਼ੀਸ਼ ਹੈ, ਪਰਮੇਸ਼ਰ ਸਾਡੀ ਰੂਹਾਨੀ ਜ਼ਿੰਦਗੀ ਦੇ ਵਿੱਚ ਕੰਮ ਕਿਸ ਤਰ੍ਹਾਂ ਕਰਦਾ ਆ, ਉਹ ਸਾਡੀ ਜ਼ਿੰਦਗੀ ਦੇ ਵਿੱਚ ਖੁਦ ਚਰਵਾਹਾ ਬਣਿਆ। ਹਾਲੇਲੂਇਆ। ਤੇ ਯਿਸੂ ਮਸੀਹ ਵੀ ਚਰਵਾਹਾ ਆ, ਯਹੋਵਾ ਪਰਮੇਸ਼ਰ ਵੀ ਚਰਵਾਹਾ ਆ ਤੇ ਦੋਨੋਂ ਇੱਕ ਹੈ। ਤੇ ਜਿਹੜੀਆਂ ਭੇਡਾਂ ਆ ਉਹ ਅਸੀਂ ਆ, ਮਤਲਬ ਵਿਸ਼ਵਾਸੀ ਲੋਕ ਆ। ਤੇ ਇੱਕ ਚਰਵਾਹਾ ਇਸ ਸੰਸਾਰ ਦੇ ਵਿੱਚ ਹੋਰ ਆ ਚੁੱਕਾ ਆ। ਇੱਕ ਚਰਵਾਹਾ ਹੋਰ ਆ ਚੁੱਕਾ। ਜਦੋਂ ਕੀ ਹੋਇਆ ਅਸੀਂ ਦੇਖਣਾ ਆ ਅੱਜ ਚਰਵਾਹਾ ਤੇ ਭੇਡਾਂ। ਜਿਹੜੇ ਚਰਵਾਹੇ ਆ ਦੋ ਆ ਤੇ ਭੇਡ ਇੱਕ ਹੀ ਆ। ਹਾਲੇਲੂਇਆ। ਨੰਬਰ 1 ਯਿਸੂ ਮਸੀਹ ਚਰਵਾਹਾ ਆ। ਨੰਬਰ 2 ਤੁਹਾਡੇ ਪਾਸਟਰ ਤੁਹਾਡੇ ਚਰਵਾਹੇ ਆ। ਹਾਲੇਲੂਇਆ। ਯਿਸੂ ਮਸੀਹ ਨੇ ਕੀ ਕਿਹਾ ਪਤਰਸ ਨੂੰ? ਜਦੋਂ ਪਤਰਸ ਨੇ ਯਿਸੂ ਮਸੀਹ ਦਾ ਇਨਕਾਰ ਕੀਤਾ ਤੇ ਉਸ ਤੋਂ ਬਾਅਦ ਯਿਸੂ ਮਸੀਹ ਮਰ ਗਏ, ਦੱਬੇ ਗਏ, ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਜਦੋਂ ਜੀ ਉੱਠੇ ਤਾਂ ਯਿਸੂ ਮਸੀਹ ਨੇ ਪਤਰਸ ਨੂੰ ਕੀ ਕਿਹਾ? ਕੀ ਕਹਿੰਦਾ ਤੂੰ ਮੈਨੂੰ ਪਿਆਰ ਕਰਦਾ ਆ? ਪਤਰਸ ਨੇ ਕੀ ਕਿਹਾ? ਕਹਿੰਦਾ ਹਾਂਜੀ ਪ੍ਰਭੂ ਜੀ, ਮੈਂ ਕੀ ਕਰਦਾ, ਤੁਹਾਨੂੰ ਪਿਆਰ ਕਰਦਾ ਆ। ਜਦੋਂ ਅਸੀਂ ਯੋਹੰਨਾ ਦੀ ਅੰਜੀਲ ਉਹਦਾ 21ਵਾਂ ਅਧਿਆਇ ਉਹਦੀ 15 ਆਇਤ ਪੜ੍ਹਦੇ ਆ, ਉੱਥੇ ਇਹ ਗੱਲ ਮਿਲਦੀ ਆ, ਤੁਸੀਂ ਪੜ੍ਹ ਸਕਦੇ ਆ। ਯਿਸੂ ਮਸੀਹ ਕੀ ਕਹਿੰਦਾ ਪਤਰਸ ਨੂੰ? ਤੁਸੀਂ ਮੈਨੂੰ ਪਿਆਰ ਕਰਦੇ, ਪਤਰਸ ਤੂੰ ਮੈਨੂੰ ਪਿਆਰ ਕਰਦਾ ਆ? ਤੇ ਯਿਸੂ ਮਸੀਹ ਨੇ ਪੁੱਛਿਆ ਪਤਰਸ ਨੂੰ, ਤੂੰ ਮੈਨੂੰ ਪਿਆਰ ਕਰਦਾ? ਤੇ ਪਤਰਸ ਕੀ ਕਹਿੰਦਾ? ਹਾਂਜੀ ਪ੍ਰਭੂ ਜੀ, ਮੈਂ ਤੁਹਾਨੂੰ ਪਿਆਰ ਕਰਦਾ। ਪ੍ਰਭੂ ਯਿਸੂ ਮਸੀਹ ਨੇ ਅੱਗੇ ਕੀ ਕਿਹਾ? ਕਹਿੰਦਾ ਤੂੰ ਕੀ ਕਰ, ਮੇਰੇ ਲੇਲਿਆਂ ਨੂੰ ਕੀ ਕਰ, ਚਰਾ। ਉਸ ਤੋਂ ਅੱਗੇ ਯਿਸੂ ਮਸੀਹ ਨੇ ਫਿਰ ਉਸ ਨੂੰ ਦੁਬਾਰਾ ਪੁੱਛਿਆ, ਤੂੰ ਮੈਨੂੰ ਪਿਆਰ ਕਰਦਾ ਆ? ਕਹਿੰਦਾ ਹਾਂਜੀ ਪ੍ਰਭੂ ਜੀ, ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਕਹਿੰਦਾ ਤੂੰ ਕੀ ਕਰ, ਮੇਰੀਆਂ ਭੇਡਾਂ ਨੂੰ ਚਰਾ।
ਫਿਰ ਤੀਜੀ ਵਾਰ ਯਿਸੂ ਮਸੀਹ ਨੇ ਪੁੱਛਿਆ ਕਿ ਤੂੰ ਪਤਰਸ ਮੈਨੂੰ ਪਿਆਰ ਕਰਦਾ? ਤੇ ਪਤਰਸ ਅੱਗੇ ਅੱਗੇ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਕਹਿਣ ਲੱਗਾ, ਕਹਿੰਦਾ ਹਾਂਜੀ ਪ੍ਰਭੂ ਜੀ, ਤੁਸੀਂ ਜਾਣਦੇ ਹੀ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਤਾਂ ਕੀ ਕਿਹਾ ਯਿਸੂ ਮਸੀਹ ਨੇ? ਤੂੰ ਮੇਰੀਆਂ ਭੇਡਾਂ ਦੀ ਕੀ ਕਰ? ਅਗਵਾਈ ਕਰ। ਇਸ ਦਾ ਮਤਲਬ ਕੀ ਆ? ਤੇ ਯਿਸੂ ਮਸੀਹ ਨੇ ਪਤਰਸ ਨੂੰ ਆਪਣੀਆਂ ਭੇਡਾਂ ਕਿਉਂ ਸੌਂਪੀਆਂ? ਅਗਰ ਯਿਸੂ ਮਸੀਹ ਨੇ ਆਪਣੀਆਂ ਭੇਡਾਂ, ਪਰਮੇਸ਼ਰ ਨੇ ਆਪਣੀਆਂ ਭੇਡਾਂ ਪਤਰਸ ਨੂੰ ਸੌਂਪ ਦਿੱਤੀਆਂ ਤੇ ਪਤਰਸ ਕੀ ਹੋ ਗਿਆ? ਚਰਵਾਹਾ ਹੋ ਗਿਆ। ਚਰਵਾਹਾ ਹੋ ਗਿਆ। ਹਾਲੇਲੂਇਆ। ਅੱਜ ਜਿਹੜੇ ਤੁਹਾਡੇ ਚਰਵਾਹੇ ਆ, ਉਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਆ? ਹਾਲੇਲੂਇਆ। ਯਿਸੂ ਮਸੀਹ ਨੇ 5 ਚਰਵਾਹੇ, 5 ਰੂਪ ਦੇ ਵਿੱਚ ਚਰਵਾਹੇ ਖੜੇ ਕੀਤੇ ਆ। ਜਦੋਂ ਅਸੀਂ ਅਫਸੀਆਂ ਉਸਦਾ 4 ਅਧਿਆਏ ਉਹਦੀ 11 ਆਇਤ ਪੜ੍ਹਦੇ ਆ ਤਾਂ ਉੱਥੇ 5 ਪ੍ਰਕਾਰ ਦੇ ਚਰਵਾਹੇ ਮਿਲਦੇ ਆ। 5 ਪ੍ਰਕਾਰ ਦੇ ਸਾਨੂੰ ਚਰਵਾਹੇ ਮਿਲਦੇ ਆ। ਉਹ ਚਰਵਾਹੇ ਕਿਹੜੇ ਕਿਹੜੇ ਆ? ਨੰਬਰ 1 ਅਪੋਸਟਲ, ਦੂਸਰਾ ਨੰਬਰ ਪ੍ਰੋਫਿਟ, ਤੀਸਰਾ ਨੰਬਰ ਇਵੈਂਜਲਿਸਟ, ਪਾਸਟਰ ਤੇ ਟੀਚਰ। ਇਹ ਚਰਵਾਹੇ ਆ। 5 ਪ੍ਰਕਾਰ ਦੀ ਸੇਵਕਾਈ। 5 ਤਰ੍ਹਾਂ ਦੇ ਚਰਵਾਹੇ ਪਰਮੇਸ਼ਰ ਨੇ ਸਾਨੂੰ ਦਿੱਤੇ ਆ, ਕਲੀਸਿਆ ਨੂੰ ਦਿੱਤੇ ਆ। ਹਾਲੇਲੂਇਆ। ਜਿਹੜਾ ਸਾਡਾ ਚਰਵਾਹਾ ਆ ਉਹ ਕਿਹੋ ਜਿਹਾ ਆ? ਅਸੀਂ ਭੇਡਾਂ ਕਿਹੋ ਜਿਹੀਆਂ ਆ? ਯਿਸੂ ਮਸੀਹ ਤੋਂ ਬਾਅਦ, ਯਹੋਵਾ ਪਰਮੇਸ਼ਰ ਤੋਂ ਬਾਅਦ ਜਿਹੜੇ ਚਰਵਾਹੇ ਆ ਉਹ ਕੌਣ ਹੈ? ਪਾਸਟਰ, ਪ੍ਰੋਫਿਟ, ਟੀਚਰ, ਇਵੈਂਜਲਿਸਟ। 5 ਦੇ 5 ਟੀਚਰ। 5 ਕੀ ਆ? ਸਾਨੂੰ ਪਰਮੇਸ਼ਰ ਕੀ ਦਿੱਤੇ? ਚਰਵਾਹੇ ਦਿੱਤੇ ਆ। ਅਸੀਂ ਕੀ ਕਰਦੇ ਆ? ਅਸੀਂ ਕਿਸ ਚਰਵਾਹੇ ਦੇ ਨਾਲ ਜੁੜੇ ਹੋਏ ਆ? ਤੇ ਚਰਵਾਹੇ ਅੱਜ ਸੰਸਾਰ ਦੇ ਵਿੱਚ ਡੁਪਲੀਕੇਟ ਵੀ ਆ ਚੁੱਕੇ ਆ। ਹਾਲੇਲੂਇਆ। ਪੜਾਂਗੇ ਇਸ ਵਚਨ ਨੂੰ ਪੜਾਂਗੇ ਕਿ ਜਿਹੜੇ ਚਰਵਾਹੇ ਆ ਉਹ ਡੁਪਲੀਕੇਟ ਜਿਹੜੇ ਆ ਚੁੱਕੇ ਆ, ਉਹਨਾਂ ਦੇ ਬਾਰੇ ਦੇਖਾਂਗੇ ਅਸੀਂ। ਯੋਹੰਨਾ ਦੀ ਅੰਜੀਲ